अपने नशे की पूर्ति वास्ते ਉਹਦੇ ਵੀਰਾਂ ਨੇ ਉਸਦੇ ਭਰਾਵਾਂ ਨੇ ਉਸ ਬਾਪ ਦੇ ਪੁੱਤਾਂ ਨੇ ਦੋਵਾਂ ਪੁੱਤਾਂ ਨੇ ਜਿਨ੍ਹਾਂ ਨੇ ਸੰਭਾਲਣਾ ਸੀ ਆਪਣੇ ਬਾਪ ਨੂੰ ਬੁਢਾਪੇ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਸਿਰ ਤੋਂ ਛੱਤ ਖਿੱਚ ਲਈ ਗਾਡਰ ਖਿੱਚ ਲਏ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਤਾਂ ਜੋ ਆਪਣਾ ਨਸ਼ਾ ਪੂਰਾ ਕਰ ਸਕਣ। ਇੱਕ ਚੋਰੀ ਦੇ ਨਸ਼ਾ ਇੰਨਾ ਕਰਦੇ ਕਿ ਚੋਰੀ ਦੇ ਇਲਜ਼ਾਮ 'ਚ ਜੇਲ੍ਹ 'ਚ ਕਿਉਂਕਿ ਘਰ ਦਾ ਸਾਰਾ ਸਮਾਨ ਉਹਨਾਂ ਨੇ ਵੇਚ ਛੱਡਿਆ। ਫਲੈਸ਼ ਹੀ ਉਹ ਵੀ ਵੇਚ ਛੱਡੀ, ਪਾਣੀ ਵਾਲੀ ਮੋਟਰ ਉਹ ਵੀ ਵੇਚ ਛੱਡੀ, ਭਾਂਡੇ ਗਰਮ ਬਿਸਤਰੇ ਜਿਹੜੇ ਹੁੰਦੇ ਉਹ ਵੀ ਘਰ ਦੇ ਵੇਚ ਛੱਡੇ। ਹਰ ਇੱਕ ਚੀਜ਼ ਘਰ ਦੀ ਜਿਹੜੀ ਨੇ ਨਿੱਕੀ ਮੋਟੀ ਤੋਂ ਲੈ ਕੇ ਭਾਂਡੇ ਤੋਂ ਲੈ ਕੇ ਹਰ ਇੱਕ ਚੀਜ਼, ਇਹ ਤਾਂ ਕਿ ਕੋਈ ਵੀ ਚੀਜ਼ ਘਰੇ ਲਿਆਉਂਦੇ ਸੌਦਾ ਪਾਣੀ ਉਹ ਵੀ ਵੇਚ ਛੱਡਿਆ। ਹੁਣ ਜਦੋਂ ਡੈਡੀ ਇੱਦਾਂ ਬਿਮਾਰ ਹੋਏ ਉਹਨਾਂ ਨੂੰ ਨਵਾਉਣਾ ਧੋਣਾ, ਉਹਨਾਂ ਨੂੰ ਲੈਟਰਿੰਗ ਬਿਠਾਉਣਾ, ਫਿਰ ਉਹਨੇ ਲੈਟਰਿੰਗ ਨੂੰ ਧੋਣਾ, ਉਹ ਸਭ ਮੈਂ ਹੀ ਕਰਦੀ ਹਾਂ। ਮਾਂ ਦੀ ਯਾਦ ਤਾਂ ਬਹੁਤ ਆਉਂਦੀ ਹੈ। ਜਦੋਂ ਮੰਮੀ ਦੀ ਯਾਦ ਆਉਂਦੀ ਉਦੋਂ ਰੋ ਲੈਂਦੀ, ਜਦੋਂ ਯਾਦ ਆਉਂਦੀ ਜਦੋਂ ਭਰਾ ਇੱਦਾਂ ਕਰਦੇ ਬੜਾ ਰੋਂਦੀ ਰਹੀ। ਹੁਣ ਤਾਂ ਮੈਨੂੰ ਜਦੋਂ ਪੁੱਛਦੇ ਨੇ ਹੁਣ ਤੂੰ ਰੋਂਦੀ, ਹੁਣ ਜਦੋਂ ਰੋਣਾ ਆਉਂਦਾ ਹੀ ਨਹੀਂ ਆ। ਮਨ ਇੱਦਾਂ ਦਾ ਪੱਥਰ ਹੋਇਆ ਕਿ ਬਿਲਕੁਲ ਨਹੀਂ ਰੋਇਆ ਜਾਂਦਾ। ਅੰਦਰੋਂ ਤਾਂ ਬੜਾ ਹੁੰਦਾ ਹੈ ਪਰ ਅੱਖਾਂ 'ਚ ਪਾਣੀ ਨਹੀਂ ਨਾ ਆਉਂਦਾ। ਮੈਨੂੰ ਸਾਰੇ ਕਹਿੰਦੇ ਆ ਕਿ ਤੂੰ ਆਪਣੇ ਭਰਾ ਨੂੰ ਰੋਟੀ ਨਾ ਦਿਆ ਕਰ, ਨਸ਼ਾ ਕਰਦੇ ਆ, ਤੇਰੇ ਡੈਡੀ ਨੂੰ ਨਹੀਂ ਸੰਭਾਲਦੇ। ਪਰ ਜਦੋਂ ਮੈਂ ਉਹਨਾਂ ਨੂੰ ਮਾਂ ਬਣ ਕੇ ਸੰਭਾਲਿਆ, ਪਰ ਇੱਕ ਮਾਂ ਇੱਦਾਂ ਨਹੀਂ ਨਾ ਕਰ ਸਕਦੀ ਆਪਣੇ ਬੱਚੇ ਨੂੰ ਰੋਟੀ ਨਾ ਦੇਵੇ ਭਾਵੇਂ ਲੱਖ ਬੁਰਾ ਹੋਵੇ। ਹਾਂ ਤੁਹਾਨੂੰ ਦੱਸਿਆ ਨਾ, ਮੈਨੂੰ ਇਹਨਾਂ ਤਾਂ ਹੁਣ ਬਿਲਕੁਲ ਯਕੀਨ ਨਹੀਂ ਰਿਹਾ। ਇੰਨਾ ਕੁ ਯਕੀਨ ਵੀ ਨਹੀਂ ਆ ਕਿ ਜੇ ਡੈਡੀ ਨੂੰ ਕੱਲ ਨੂੰ ਕੁਛ ਹੋ ਜਾਂਦਾ ਹੈ ਤੇ ਮੈਨੂੰ ਵੀ ਵੇਚ ਕੇ ਖਾ ਸਕਦੇ ਆ। ਜਿੰਨੀ ਵੀ ਸੰਭਾਲ ਨਵਾਉਣਾ ਧੋਣਾ ਮੇਰੀ ਧੀ ਕਰਨ ਲਈ ਆ, ਪਰ ਬੱਚਿਆਂ ਦਾ ਮੈਨੂੰ ਮੁੰਡਿਆਂ ਦਾ ਸਹਾਰਾ ਹੈ। ਇੱਥੋਂ ਤੱਕ ਹੈ ਵੀ ਮੇਰੇ ਬੱਚੇ ਕਰਨਗੇ, ਪਰ ਬੱਚਿਆਂ ਦੀ ਮਿਹਨਤ ਟੁੱਟ ਗਈ ਮੇਰੀ, ਬਿਲਕੁਲ ਆਸਰਾ ਮੁੱਕ ਗਿਆ। ਜੋ ਵੀ ਕਰ ਰਹੀ ਮੇਰੀ ਧੀ ਕਰ ਰਹੀ ਆ। ਮੈਨੂੰ ਸ਼ਰਮ ਬਹੁਤ ਮਹਿਸੂਸ ਹੁੰਦੀ, ਮੈਂ ਰੋਂਦਾ ਵਾਂ ਪਰ ਮੇਰੀ ਗੁੜੀਆ ਚੁੱਪ ਕਰਾਉਂਦੀ, ਡੈਡੀ ਕੋਈ ਨਹੀਂ ਤੂੰ ਨਾ ਰੋ, ਮੈਂ ਧੋ ਦਿੰਦੀ ਆ। ਧੀ ਦਾ ਸਹਾਰਾ ਕੋਈ ਨਹੀਂ ਜੀ। ਮੈਂ ਤਾਂ ਇਹੋ ਆਨਾ ਵੀ ਮੈਂ ਠੀਕ ਹੋਵਾਂ, ਮੇਰੇ ਭਰਾ ਮੇਰੀ ਮਦਦ ਕਰਨ ਤੇ ਮੈਂ ਆਪਣੀ ਗੁੜੀਆ ਵਿਆਹ ਜਾ। ਮਗਰੋਂ ਮੈਨੂੰ ਕੋਈ ਭਰੋਸਾ ਨਹੀਂ ਵੀ ਕਿ ਅਮਲੀ ਨੂੰ ਵੇਚ ਦੇਣ ਤਾਂ ਆਪਣਾ ਨਸ਼ਾ ਪੂਰਾ ਕਰ ਲੈਣਾ। ਸਿਆਣਿਆਂ ਨੇ ਸੱਚ ਹੀ ਕਿਹਾ ਹੈ, ਪੁੱਤ ਬਣਾਉਣ ਜ਼ਮੀਨਾਂ ਧੀਆਂ ਦੁੱਖ ਬਣਾਉਂਦੀਆਂ ਨੇ। ਸੋ ਇਸੇ ਤਰ੍ਹਾਂ ਦਾ ਹੀ ਮਾਮਲਾ ਕਿਹਾ ਜਾ ਸਕਦਾ ਵਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌਧਰੀਵਾਲ ਦਾ ਵਾ, ਜਿੱਥੋਂ ਦੇ ਦੋ ਪੁੱਤ ਹੁੰਦਿਆਂ ਹੋਇਆਂ ਵੀ ਅੱਜ ਬਾਪ ਦਰ ਦੀਆਂ ਠੋਕਰਾਂ ਖਾ ਰਿਹਾ ਵਾ, ਮੰਜੇ ਦੇ ਉੱਤੇ ਲੰਮੇ ਪਿਆ ਵਾ, ਇੱਕ ਲੰਬੇ ਸਮੇਂ ਤੋਂ ਬਿਮਾਰ ਆ। ਬਿਮਾਰ ਕਿਉਂ ਆ? ਉਹਦੀਆਂ ਕਿਡਨੀਆਂ ਫੇਲ ਆ। ਡਾਕਟਰਾਂ ਨੇ 4 ਤੋਂ 5 ਲੱਖ ਦਾ ਖਰਚਾ ਦੱਸ ਦਿੱਤਾ ਵਾ, ਪਰ ਉਹ ਧੀ ਜਿਹੜੀ ਘਰ ਦੇ ਵਿੱਚ ਇਕੱਲੀ ਉਹ 4 ਜਾਂ 5 ਲੱਖ ਰੁਪਈਆ ਫੋਰਸ ਨਹੀਂ ਕਰ ਸਕਦੀ, ਨਹੀਂ ਇੰਤਜ਼ਾਮ ਕਰ ਸਕਦੀ ਪੈਸਿਆਂ ਦਾ ਕਿ ਤਾਂ ਜੋ ਆਪਣੇ ਬਾਪ ਦਾ ਇਲਾਜ ਕਰ ਸਕੇ। ਉਸ ਧੀ ਦੀ ਸਭ ਤੋਂ ਵੱਡੀ ਬਦਕਿਸਮਤੀ ਪਰਮਾਤਮਾ ਨੇ, ਰੱਬ ਨੇ ਉਸ ਘੜੀ ਲਿਖੀ ਜਦੋਂ 1.5 ਸਾਲ ਦੀ ਉਮਰ ਸੀ। ਉਸ ਧੀ ਦੀ ਮਾਂ ਦਾ ਸਾਇਆ ਵੀ ਉਸ ਤੋਂ ਚਲਾ ਜਾਂਦਾ ਵਾ, ਮਾਂ ਵੀ ਚਲੇ ਜਾਂਦੀ ਹੈ ਉਸ ਦਾ ਸਾਥ ਛੱਡ ਕੇ। ਬਾਪ ਬਿਮਾਰੀ ਨਾਲ ਮੰਜੇ ਤੇ ਆ। ਬਾਪ ਨੇ ਹੀ ਮਾਂ ਦਾ ਪਿਆਰ ਦਿੱਤਾ ਅਤੇ ਬਾਪ ਦਾ ਪਿਆਰ ਦਿੱਤਾ। ਦੋਨਾਂ ਪਿਆਰ ਦੇ ਨਾਲ ਉਸ ਧੀ ਨੂੰ ਜਵਾਨ ਕੀਤਾ, 12 ਜਮਾਤਾਂ ਤੱਕ ਪੜ੍ਹਾਇਆ। ਪੜ੍ਹ ਲਿਖ ਕੇ ਧੀ ਅਫਸਰ ਲੱਗੇ, ਪਰ ਉਸਨੇ ਅਫਸਰ ਕੀ ਲੱਗਣਾ ਸੀ ਉਸ ਤੋਂ ਪਹਿਲਾਂ ਹੀ ਉਸ ਦੀ ਕਿਸਮਤ 'ਚ ਰੱਬ ਨੇ ਕੀ ਲਿਖ ਦਿੱਤਾ। ਉਸਦੇ ਭਰਾ ਜਿਹੜੇ ਸੀ ਦੋਨੇ ਹੀ ਨਸ਼ੇੜੀ। ਸੋ ਉਸਨੇ ਆਪਣੇ ਭਰਾਵਾਂ ਨੇ ਨਸ਼ਿਆਂ ਦੀ ਪੂਰਤੀ ਵਾਸਤੇ ਆਪਣੇ ਘਰ ਦਾ ਸਮਾਨ ਛੱਡ ਕੇ ਘਰ ਦੇ ਉੱਤੇ ਜਿਨ੍ਹਾਂ ਗਾਰਡਰਾਂ ਉੱਤੇ ਘਰ ਦੀਆਂ ਕੱਚੀਆਂ ਛੱਤਾਂ ਖੜੀਆਂ ਸੀ ਉਹਨਾਂ ਦੇ ਥੱਲੋਂ ਗਾਰਡਰ ਖਿੱਚ ਲਏ ਅਤੇ ਛੱਤਾਂ ਥੱਲੇ ਆ ਗਈਆਂ। ਸੋ ਮੈਂ ਤਸਵੀਰਾਂ ਆਪਣੇ ਦਰਸ਼ਕਾਂ ਨਾਲ ਇੱਕ ਵਾਰੀ ਸਾਂਝੀਆਂ ਕਰ ਦੇਵਾਂ ਉਸ ਕਮਰਿਆਂ ਦੀਆਂ ਕਿ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਉਹਦੇ ਵੀਰਾਂ ਨੇ, ਉਸਦੇ ਭਰਾਵਾਂ ਨੇ, ਉਸ ਬਾਪ ਦੇ ਪੁੱਤਾਂ ਨੇ, ਦੋਵਾਂ ਪੁੱਤਾਂ ਨੇ ਜਿਨ੍ਹਾਂ ਨੇ ਸੰਭਾਲਣਾ ਸੀ ਆਪਣੇ ਬਾਪ ਨੂੰ ਬੁਢਾਪੇ ਦੇ ਵਿੱਚ, ਉਹਨਾਂ ਨੇ ਉਹਨਾਂ ਦੇ ਸਿਰ ਤੋਂ ਛੱਤ ਖਿੱਚ ਲਈ, ਗਾਡਰ ਖਿੱਚ ਲਏ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਤਾਂ ਜੋ ਆਪਣਾ ਨਸ਼ਾ ਪੂਰਾ ਕਰ ਸਕਣ। ਨਸ਼ਾ ਪੂਰਾ ਕਰਨ ਦੇ ਚੱਕਰ 'ਚ ਉਹਨਾਂ ਨੂੰ ਨਹੀਂ ਲੱਭਾ ਕਿ ਮੇਰਾ ਬਿਮਾਰ ਬਾਪ, ਮੇਰੀ ਜਵਾਨ ਧੀ ਕਿੱਥੇ ਰਹੇਗੀ। ਛੱਤਾਂ ਤਾਂ ਸਿਰ ਤੋਂ ਖੋਲੀਆਂ। ਉਸ ਦੇ ਨਾਲ ਸਭ ਤੋਂ ਵੱਡੀ ਗੱਲ ਆ ਕਿ ਘਰ ਦੇ ਵਿੱਚ ਲਗਭਗ ਜਿੰਨਾ ਸਮਾਨ ਸੀ ਸਾਰਾ ਵੇਚ ਕੇ, ਨਸ਼ੇ ਦੀ ਪੂਰਤੀ ਵਾਸਤੇ ਵੇਚ ਗਏ। ਸੋ ਘਰ ਦੇ ਵਿੱਚ ਇੱਕ ਸਰਕਾਰੀ ਇੱਕ ਸੀਟ ਮਿਲੀ ਸੀ, ਲੈਟਰਿੰਗ ਮਿਲੀ ਸੀ, ਫਲੈਸ਼ ਮਿਲੀ ਸੀ ਕਿ ਆਪਣੇ ਘਰ ਦੇ ਵਿੱਚ ਲਾ ਲੈਣਗੇ। ਪਿੰਡਾਂ ਦੇ ਵਿੱਚ ਅਕਸਰ ਗਰਾਂਡਾਂ ਮਿਲੀਆਂ ਸੀ। ਸੋ ਉਹ ਸਰਕਾਰੀ ਫਲੈਸ਼ ਤੱਕ ਵੇਚ ਦਿੱਤੀ ਘਰ ਦੇ ਵਿੱਚੋਂ ਪਾਣੀ ਕੱਢਣ ਵਾਲੀ ਮੋਟਰ ਤੱਕ ਵੇਚ ਗਏ ਆ। ਧੀ ਨੇ 12 ਜਮਾਤਾਂ ਕੀਤੀਆਂ, ਜਵਾਨ ਧੀ ਹੈ। ਉਸ ਧੀ ਨੂੰ ਸਿਰਫ ਇੱਕ ਹੀ ਡਰ ਆ ਕਿ ਮੇਰੇ ਵੀਰ ਕਿਤੇ ਕੱਲ ਨੂੰ ਮੇਰਾ ਜਿਸਮ ਨਾ ਵੇਚ ਦੇਣ। ਸੋ ਗੱਲਬਾਤ ਵੀ ਕਰਾਂਗੇ ਉਸ ਧੀ ਦੇ ਨਾਲ ਕਿ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਨੂੰ, ਕਿਉਂਕਿ ਜੋ ਛੋਟੀ ਉਮਰੇ ਮਾਂ ਵੀ ਸਾਥ ਛੱਡ ਜਾਂਦੀ ਹੈ। ਕੀ ਨਾਮ ਬੱਚਾ? ਹਾਂਜੀ, ਮੇਰਾ ਨਾਮ ਮੀਨੂ ਆ। ਮੈਨੂੰ ਛੋਟੀ ਉਮਰੇ ਮਾਂ ਵੀ ਸਾਥ ਛੱਡ ਜਾਂਦੀ ਹੈ, 1.5 ਸਾਲ ਦੀ ਸੀ। ਕਿਹੜੇ ਹਾਲਾਤਾਂ 'ਚ ਬਾਪ ਨੇ ਪਾਲਿਆ, ਪਰ ਕਿਸਮਤ ਰੱਬ ਨੇ ਇੱਕ ਅਜਿਹੀ ਲਿਖ ਦਿੱਤੀ।
ਹਾਂਜੀ, ਜਦੋਂ ਮੈਂ ਛੋਟੀ ਹੁੰਦੀ 1.5 ਸਾਲ ਹੀ ਮੇਰੀ ਉਮਰ, ਜਦੋਂ ਮੰਮੀ ਇਦਾਂ ਹੋ ਗਏ। ਮੰਮੀ ਦੇ ਜਾਣ ਤੋਂ ਬਾਅਦ ਡੈਡੀ ਨੇ ਸਾਨੂੰ ਸੰਭਾਲਿਆ, ਮਾਂ ਦਾ ਬਾਪ ਦਾ ਦੋਨਾਂ ਦਾ ਪਿਆਰ ਦਿੱਤਾ ਕਿ ਇੱਥੇ ਤੱਕ ਕਿ ਸਾਨੂੰ ਤਿੰਨਾਂ ਨੂੰ, ਮੈਂ ਤੇ ਮੇਰੇ 2 ਵੱਡੇ ਭਰਾ ਆ, ਸਾਨੂੰ ਤਿੰਨਾਂ ਨੂੰ ਤਿਆਰ ਕਰਕੇ ਸਕੂਲ ਭੇਜਦੇ ਹੁੰਦੇ ਸੀ। ਬਾਅਦ ਵਿੱਚ ਜਦੋਂ ਅਸੀਂ ਪੜ੍ਹ ਲਿਆ ਕਿ ਮੇਰੇ ਭਰਾਵਾਂ ਨੇ ਤੇ ਪੜ੍ਹਾਈ ਸਿਰਫ 10 ਕੀਤੀਆਂ, ਦੋਵਾਂ ਨੇ ਪੜ੍ਹਦੇ ਨਹੀਂ ਹੁੰਦੇ, ਗਲਤ ਸੰਗਤ ਵਿੱਚ ਬੈਠ ਗਏ। ਉਸ ਤੋਂ ਬਾਅਦ ਨਸ਼ਾ ਕਰਨ ਡੈ ਪਏ, ਜਦੋਂ ਛੋਟੇ ਛੋਟੇ ਉਦੋਂ ਹੀ ਨਸ਼ਾ ਕਰਨ ਡੈ ਪਏ ਸੀ। ਫਿਰ ਉਸ ਤੋਂ ਬਾਅਦ ਡੈਡੀ ਹੁਣ ਜੇ ਮੈਂ ਜਦੋਂ +2 ਕਰ ਲਈ, ਉਸ ਤੋਂ ਬਾਅਦ ਡੈਡੀ ਬਿਮਾਰ ਪੈ ਗਏ। ਪਹਿਲਾਂ ਥੋੜ੍ਹੇ ਰਹਿੰਦੇ ਹੁੰਦੇ ਸੀ ਬਿਮਾਰ, ਥੋੜ੍ਹੀ ਜਿਹੜੀਆਂ ਲੈਬੋਰਟਰੀਆਂ ਹੁੰਦੀਆਂ ਛੋਟੀ, ਉੱਥੋਂ ਟੈਸਟ ਕਰਾਏ, ਕਹਿੰਦੇ ਯੂਰੀਆ ਵਧਿਆ ਆ। ਯੂਰੀਆ ਵਧਿਆ, ਉਸ ਤੋਂ ਬਾਅਦ ਡੈਡੀ ਇੱਦਾਂ ਦਵਾਈ ਖਾਂਦੇ ਰਹੇ ਅਤੇ ਬਾਅਦ 'ਚ ਜਦੋਂ ਇੱਕਦਮ ਜ਼ਿਆਦਾ ਪੈ ਗਿਆ ਨਾ ਜ਼ੋਰ, ਅਤੇ ਉਸ ਤੋਂ ਬਾਅਦ ਮੂੰਹ ਸੁੱਜ ਗਿਆ, ਸਾਰਾ ਸਰੀਰ ਸੁੱਜ ਗਿਆ, ਪੇਟ ਇੱਕਦਮ ਫੁੱਲ ਗਿਆ ਬਾਹਰ ਨੂੰ। ਫਿਰ ਡੈਡੀ ਕੋਲ ਤੁਰਿਆ ਨਹੀਂ ਜਾਂਦਾ, ਕਿ ਤਾਂ ਜਿਹੜਾ ਮੇਨ ਪਾਰਟ ਕਿ ਪਰਸਨਲ ਪਾਰਟ ਹੁੰਦਾ, ਉਹ 'ਤੇ ਵੀ ਸੋਜ ਪੈ ਗਈ ਡੈਡੀ ਦੇ। ਫਿਰ ਡੈਡੀ ਕੋਲ ਤੁਰਿਆ ਨਹੀਂ ਜਾਂਦਾ। ਫਿਰ ਉਸ ਤੋਂ ਬਾਅਦ ਜਦੋਂ ਟੈਸਟ ਕਰਾਏ ਉਹ 'ਚ ਆਇਆ ਕਿ ਦੋਨੋਂ ਕਿਡਨੀਆਂ ਖਰਾਬ ਆ, ਫੇਫੜਿਆਂ 'ਚ ਵੀ ਪਾਣੀ ਪੈ ਗਿਆ ਆ, ਅਤੇ ਖੂਨ ਵੀ ਬਿਲਕੁਲ ਹੈ ਨਹੀਂ ਸੀ। ਅਤੇ ਬਿਆਸ ਖੜਿਆ, ਬਿਆਸ ਵਾਲਿਆਂ ਨੇ ਜਵਾਬ ਦੇ ਦਿੱਤਾ ਵੀ ਨਹੀਂ ਸਾਡੇ ਕੋਲ ਇਲਾਜ ਨਹੀਂ ਹੋਣਾ, ਤੁਸੀਂ ਇਹਨਾਂ ਨੂੰ ਅੰਮ੍ਰਿਤਸਰ ਲੈ ਜਾਓ। ਅੰਮ੍ਰਿਤਸਰ ਲੈ ਗਏ, ਉਹ ਵੀ 4-5 ਲੱਖ ਰੁਪਏ ਦਾ ਖਰਚਾ ਦੱਸਦੇ, ਕਿਉਂਕਿ ਖੂਨ ਵੀ ਚੜਾਉਣਾ ਆ, ਫੇਫੜਿਆਂ 'ਚ ਵੀ ਪਾਣੀ ਆ, ਦੋਨੋਂ ਕਿਡਨੀਆਂ ਵੀ ਡੈਮੇਜ ਆ, ਫਿਰ ਇਸ ਲਈ ਉਹ ਬਹੁਤ ਜ਼ਿਆਦਾ ਪੈਸੇ ਮੰਗਦੇ ਆ। ਬੱਚਾ ਇੱਕ ਬੜੀ ਮੁਸ਼ਕਲ ਬਣ ਜਾਂਦੀ ਆ ਉਦੋਂ ਜਦੋਂ ਮਾਂ ਵੀ ਸਾਥ ਛੱਡ ਗਈ ਹੈ ਤੁਹਾਡਾ 1.5 ਸਾਲ ਤੋਂ। ਹੁਣ ਤੁਸੀਂ ਵੀ ਜਵਾਨ ਹੋ, ਬਾਪ ਨੂੰ ਸੰਭਾਲਣਾ, ਨਵਾਉਣਾ ਧਵਾਉਣਾ, ਇਹ ਫਿਰ ਵੀਰ ਵੱਲੋਂ ਕੰਮ ਕੀਤੇ ਜਾਂਦੇ ਕਿ ਜਦੋਂ ਤੁਹਾਡੇ ਵੱਲੋਂ ਕਰਦੇ? ਨਹੀਂ ਜੀ, ਵੀਰ ਵੱਲੋਂ ਤਾਂ ਬਿਲਕੁਲ ਨਹੀਂ, ਉਹ ਤਾਂ ਨਸ਼ਾ ਕਰਕੇ ਬਾਹਰ ਤੁਰੇ ਫਿਰਦੇ ਰਹਿੰਦੇ ਆ। ਇੱਕ ਚੋਰੀ ਦੇ ਨਸ਼ਾ ਇੰਨਾ ਕਰਦੇ ਕਿ ਚੋਰੀ ਦੇ ਇਲਜ਼ਾਮ 'ਚ ਜੇਲ੍ਹ 'ਚ ਆ, ਕਿਉਂਕਿ ਘਰ ਦਾ ਸਾਰਾ ਸਮਾਨ ਉਹਨਾਂ ਨੇ ਵੇਚ ਛੱਡਿਆ। ਫਲੈਸ਼ ਹੀ ਉਹ ਵੀ ਵੇਚ ਛੱਡੀ, ਪਾਣੀ ਵਾਲੀ ਮੋਟਰ ਉਹ ਵੀ ਵੇਚ ਛੱਡੀ, ਭਾਂਡੇ ਗਰਮ ਬਿਸਤਰੇ ਜਿਹੜੇ ਹੁੰਦੇ ਉਹ ਵੀ ਘਰ ਦੇ ਵੇਚ ਛੱਡੇ। ਹਰ ਇੱਕ ਚੀਜ਼ ਘਰ ਦੀ ਜਿਹੜੀ ਉਹਨਾਂ ਨੇ ਨਿੱਕੀ ਮੋਟੀ ਤੋਂ ਲੈ ਕੇ ਭਾਂਡੇ ਤੋਂ ਲੈ ਕੇ ਹਰ ਇੱਕ ਚੀਜ਼, ਇਹ ਤਾਂ ਕਿ ਕੋਈ ਵੀ ਚੀਜ਼ ਘਰੇ ਲਿਆਉਂਦੇ ਸੌਦਾ ਪਾਣੀ ਉਹ ਵੀ ਵੇਚ ਛੱਡਿਆ। ਹੁਣ ਜਦੋਂ ਡੈਡੀ ਇੱਦਾਂ ਬਿਮਾਰ ਹੋਏ ਆ, ਉਹਨਾਂ ਨੂੰ ਨਵਾਉਣਾ ਧਵਾਉਣਾ, ਉਹਨਾਂ ਨੂੰ ਲੈਟਰਿੰਗ ਬਿਠਾਉਣਾ, ਫਿਰ ਉਹਨੇ ਲੈਟਰਿੰਗ ਨੂੰ ਧੋਣਾ, ਉਹ ਸਭ ਮੈਂ ਇਹੋ ਕਰਦੀ ਹਾਂ। ਜਦੋਂ ਤੁਸੀਂ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਇੱਕ ਜਵਾਨ ਧੀ ਇੱਕ ਬਾਪ ਦਾ ਕਰਦੇ ਆ? ਹਾਂਜੀ, ਮੈਨੂੰ ਨਹੀਂ, ਪਰ ਡੈਡੀ ਨੂੰ ਜ਼ਰੂਰ ਹੁੰਦੀ, ਕਿਉਂਕਿ ਮੈਨੂੰ ਕਦੀ ਸ਼ਰਮ ਮਹਿਸੂਸ ਨਹੀਂ ਹੋਈ, ਕਿਉਂਕਿ ਜਦੋਂ ਮੈਨੂੰ ਡੈਡੀ ਸੰਭਾਲਦੇ ਰਹੇ ਆ ਤੇ ਮੈਨੂੰ ਕੋਈ ਸ਼ਰਮ ਨਹੀਂ, ਕਿਉਂਕਿ ਇਹ ਕਿਸੇ ਨੂੰ ਮੌਕਾ ਮਿਲਦਾ ਆਪਣੇ ਮਾਂ ਪਿਓ ਦੀ ਸੇਵਾ ਕਰਨ ਦਾ। ਪਰ ਭਰਾਵਾਂ ਨੇ ਕਿਉਂ ਨਹੀਂ ਅੱਜ ਤੱਕ ਇਹ ਗੱਲ ਸਮਝੀ ਕਿ ਅਸੀਂ ਵੀ ਆਪਣੇ ਬਾਪ ਦੀ ਸੇਵਾ ਕਰੀਏ? ਉਹਨਾਂ ਨੂੰ ਸਿਰਫ ਨਸ਼ਿਆਂ ਨਾਲ ਮਤਲਬ ਆ, ਜਾਂ ਬਾਹਰ ਮੁੰਡਿਆਂ ਨਾਲ ਘੁੰਮਣ ਨਾਲ, ਜਾਂ ਚੋਰੀ ਚਾਰੀਆਂ ਨਾਲ ਮਤਲਬ। ਤੇ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਸਾਰਾ ਰੋਟੀ ਪਾਣੀ ਦਾ? ਜੇਕਰ ਭਰਾ ਨਸ਼ੇ ਕਰਦੇ ਨੇ, ਨਸ਼ਿਆਂ ਵਾਸਤੇ ਉਹਨਾਂ ਨੇ ਘਰ ਦਾ ਸਾਰਾ ਕੁਝ ਵੇਚ ਦਿੱਤਾ, ਪਰ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ? ਘਰ ਦਾ ਗੁਜ਼ਾਰਾ ਤੇ ਬਹੁਤ ਮੁਸ਼ਕਲ ਆ। ਇੱਥੇ ਤੱਕ ਕਿ ਘਰ ਨੂੰ ਰਾਸ਼ਨ ਵੀ ਨਹੀਂ ਮਿਲਦਾ, ਜਿਹੜੀ ਕਣਕ ਫਰੀ ਵਾਲੀ ਕਹਿੰਦੇ ਮਿਲਦੇ ਆ ਉਹ ਵੀ ਨਹੀਂ ਮਿਲਦੀ। ਨਾ ਸਾਡਾ ਰਾਸ਼ਨ ਕਾਰਡ ਬਣਿਆ ਆ, ਨਾ ਡੈਡੀ ਜੇ ਹੁਣ ਨੂੰ ਬੀਮੇ ਵਾਲਾ ਬਣਿਆ ਹੁੰਦਾ 5 ਲੱਖ ਵਾਲਾ ਕਾਰਡ, ਜੋ ਬਣਿਆ ਹੁੰਦਾ ਹੁਣ ਡੈਡੀ ਦਾ ਇਲਾਜ ਵੀ ਕਰਾ ਲੈਣਾ ਸੀ, ਉਹ ਵੀ ਨਹੀਂ ਬਣਿਆ। ਹੁਣ ਜੇ ਅਸੀਂ ਘਰ ਦਾ ਗੁਜ਼ਾਰਾ ਤੁਸੀਂ ਕਹੋ ਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੁੰਦਾ ਆ। ਕਦੀ ਕਿਸੇ ਘਰੋਂ ਮੈਂ ਲਿਆ ਕੇ ਆਟਾ ਲਿਆ ਕੇ ਗੁੰਨਦੀ ਹਾਂ, ਕਦੀ ਕਿਸੇ ਘਰੋਂ ਕੋਈ ਚੀਜ਼ ਲਿਆ ਕੇ, ਘਰ ਘਰ ਮੰਗਣ ਕੇ ਫਿਰ ਮੈਂ ਚੀਜ਼ ਬਣਾਉਣੀ ਕੋਈ ਨਾ ਕੋਈ। ਜਿਸ ਤਰ੍ਹਾਂ ਰਾਸ਼ਨ ਕਾਰਡ ਨਹੀਂ ਬਣਿਆ, ਮੈਡੀਕਲ ਕਾਰਡ ਨਹੀਂ ਬਣਿਆ, ਕਦੀ ਕੋਸ਼ਿਸ਼ ਕੀਤੀ ਆਪਾਂ ਕਿ ਅਸੀਂ ਇਸ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਮਿਲਦੀਆਂ ਪਈਆਂ ਸਾਨੂੰ ਸੁਵਿਧਾਵਾਂ ਉਹ ਲਈਏ? ਹਾਂਜੀ, ਬੜੀ ਯਾਰ ਕੋਸ਼ਿਸ਼ ਕੀਤੀ। ਉਦੋਂ ਡੈਡੀ ਠੀਕ ਵੀ ਜਦੋਂ ਰਾਸ਼ਨ ਕਾਰਡ ਬਣਾਉਣ ਡੇ ਸੀ, ਪਰ ਰਾਸ਼ਨ ਕਾਰਡ ਲਈ ਹਰ ਇੱਕ ਦਿੱਤਾ, ਜਿਹੜਾ ਪ੍ਰੂਫ ਚਾਹੀਦਾ ਦਿੱਤਾ, ਪਰ ਉਹ ਬਣਾਉਂਦੇ ਹੀ ਨਹੀਂ। ਜਿਨ੍ਹਾਂ ਦੇ ਪ੍ਰੂਫ ਬਣੇ ਵੀ ਨਹੀਂ ਆ ਉਹਨਾਂ ਨੂੰ ਕਣਕ ਮਿਲ ਜਾਂਦੀ ਆ, ਪਰ ਸਾਨੂੰ ਕਦੀ ਨਹੀਂ ਮਿਲੀ ਕਣਕ। ਸਾਰਿਆਂ ਨੂੰ ਕਣਕ ਮਿਲਦੀ, ਜਿੰਨਾ ਕੁ ਹੁੰਦੀ ਆ ਉਹਨਾਂ ਨੂੰ ਬਾਰ-ਬਾਰ ਮਿਲਦੀ ਆ, ਪਰ ਸਾਨੂੰ ਨਹੀਂ ਮਿਲਦੀ। ਇਸ ਤੱਕ ਕਿ ਬੀਮੇ ਲਈ ਹੁਣ ਜਦੋਂ ਡੈਡੀ ਬਿਮਾਰ ਪਏ, ਜਿਹੜੇ ਇੱਥੇ ਕੋਈ ਹੈ ਹੀ ਮੇਨ ਬੰਦਾ, ਉਹਨਾਂ ਨੂੰ ਅਸੀਂ ਕਿ ਜਿਹੜਾ 5 ਲੱਖ ਵਾਲਾ ਬੀਮਾ ਕਾਰਡ ਹੁੰਦਾ ਉਹ ਬਣਾਉਣ ਲਈ ਦਿੱਤਾ, ਪਰ ਉਹਨਾਂ ਨੇ ਹਾਲੇ ਤੱਕ ਨਹੀਂ ਬਣਾ ਕੇ ਦਿੱਤਾ। ਸਰਕਾਰ ਵੱਲੋਂ ਕੋਈ ਸਹੂਲਤ ਹੀ ਹੈ ਨਹੀਂ, ਨਾ ਪਿੰਡ ਦੇ ਸਰਪੰਚਾਂ ਵੱਲੋਂ, ਨਾ ਲਾਗੇ ਕਿਸੇ ਦੇ ਕੋਈ ਹੈ ਕੋਈ ਸਹੂਲਤ। ਸਰਕਾਰ ਨਹੀਂ ਸੁਣਦੀ, ਪਿੰਡ ਦੇ ਨਹੀਂ ਸੁਣਦੇ, ਰਿਸ਼ਤੇਦਾਰ ਦੇ ਬਾਤ ਪੁੱਛਦੇ ਹੋਣਗੇ ਨਾ ਤੁਹਾਡੀ? ਨਹੀਂ ਜੀ, ਬਿਲਕੁਲ ਨਹੀਂ। ਸਿਰਫ ਸਾਡੀ ਇੱਕ ਭੂਆ, ਉਹਨੇ ਥੋੜੀ ਜਿਹੀ ਮਦਦ ਕੀਤੀ, ਪਰ ਹੁਣ ਘਰਾਂ 'ਚ ਸਭ ਦੇ ਪਤਾ ਕਿੱਦਾਂ ਚੱਲਦਾ ਹੈ, ਉਹ ਵੀ ਹੁਣ ਕਹਿੰਦੀ ਨਹੀਂ ਹੈ ਮੇਰੇ ਕੋਲ। ਤੇ ਹੁਣ ਫਿਰ ਅਸੀਂ ਇੱਦਾਂ ਹੀ ਆ, ਚਾਚੇ ਤਾਇਆਂ ਨੇ ਨਹੀਂ ਪੁੱਛਿਆ, ਭਰਾਵਾਂ ਨੇ ਨਹੀਂ ਪੁੱਛਿਆ, ਤਾਂ ਹੀ ਹੁਣ ਇਸ ਕਰਕੇ ਇਹ ਨੌਬਤ ਆਈ ਕਿ ਡੈਡੀ ਇੰਨੇ ਜ਼ਿਆਦਾ ਬਿਮਾਰ ਪੈ ਗਏ ਆ। ਇਸ ਤੱਕ ਡੈਡੀ ਨੂੰ ਹੁਣ ਮੂੰਹ ਥਾਣੀ ਵੀ ਖੂਨ ਆਉਣ ਡਿਆ ਪਿਆ ਸੀ, ਲੈਟਰਿੰਗ ਰਾਹੀਂ ਵੀ ਖੂਨ ਆਉਂਦਾ, ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ, ਉਹਨਾਂ ਸਾਰੇ ਸਰੀਰ 'ਤੇ ਵੀ ਸੋਜ ਪਈ ਆ। ਕਦੀ ਤੁਸੀਂ ਕੋਸ਼ਿਸ਼ ਕੀਤੀ ਸੀ ਕਿ ਅਸੀਂ ਕਿਸੇ ਸਮਾਜ ਸੇਵੀ ਅੱਗੇ ਫਰਿਆਦ ਕਰ ਲਈਏ? ਜੇਕਰ ਸਰਕਾਰਾਂ ਨੇ ਨਹੀਂ ਸੁਣੀਆਂ, ਪਿੰਡ ਦਿਆਂ ਨੇ ਨਹੀਂ ਸੁਣੀਆਂ, ਰਿਸ਼ਤੇਦਾਰਾਂ ਨੇ ਨਹੀਂ ਸੁਣਿਆ, ਕਦੀ ਆਪਾਂ ਇੱਥੋਂ ਤੱਕ ਕੋਸ਼ਿਸ਼ ਕੀਤੀ ਅਸੀਂ ਕਿਸੇ ਸਮਾਜ ਸੇਵੀ ਸੰਸਥਾ ਦੇ ਨਾਲ ਗੱਲ ਕਰੀਏ ਕਿ ਮੇਰੇ ਬਾਪ ਦਾ ਇਲਾਜ ਹੋ ਜੇ? ਨਹੀਂ, ਮੈਂ ਕਿਸੇ ਨੂੰ ਨਹੀਂ ਕੀਤੀ, ਕਿਉਂਕਿ ਜਦੋਂ ਪਿੰਡ ਦੇ ਨਹੀਂ ਕਰਦੇ ਫਿਰ ਮੈਂ ਸਾਰੇ ਵੱਲੋਂ ਉਮੀਦ ਟੁੱਟੀ ਸੀ। ਮੈਂ ਸੋਚਿਆ ਸ਼ਾਇਦ ਕਿ ਪਿੰਡ ਵਾਲੇ ਨੇ ਨਹੀਂ ਕੀਤੀ, ਭਰਾਵਾਂ ਨੇ ਨਹੀਂ ਕੀਤੀ, ਚਾਚੇ ਤਾਏ ਨੇ ਨਹੀਂ ਕੀਤੀ, ਤੇ ਬਾਹਰੋਂ ਕੋਈ ਥੋੜੀ ਕਰ ਸਕਦਾ ਆ। ਬਿਲਕੁਲ ਜੀ, ਉਸ ਧੀ ਦਾ ਵੀ ਮਨ ਟੁੱਟ ਜਾਂਦਾ ਵਾ ਜਦੋਂ ਘਰ ਦੇ ਹੀ ਸਾਥ ਛੱਡ ਜਾਂਦੇ ਆ, ਜਦੋਂ ਭਰਾ ਹੀ ਉਸਦੇ ਸਾਥ ਛੱਡ ਗਿਆ ਤੇ ਬਾਹਰ ਦੇ ਕੋਈ ਕੀ ਉਮੀਦ ਰੱਖੇਗੀ ਉਹ ਧੀ? ਪਰ ਉਸ ਧੀ ਵਾਸਤੇ ਵੀ ਬੜਾ ਵੱਡਾ ਇੱਕ ਸਵਾਲ ਬਣ ਗਿਆ ਵਾ ਕਿ ਆਪਣੇ ਬਾਪ ਨੂੰ ਜਦੋਂ ਸਾਫ਼ ਸਫਾਈ ਕਰਨੀ, ਨਵਾਉਣਾ ਧਵਾਉਣਾ, ਕਿਉਂਕਿ ਇੱਕ ਜਵਾਨ ਧੀ ਆ, ਬੜੀਆਂ ਮੁਸ਼ਕਲਾਂ ਹੋ ਜਾਂਦੀਆਂ ਉਸ ਘਰ ਦੇ ਵਿੱਚ ਕਿ ਜਦੋਂ ਮਾਂ ਵੀ ਸਾਥ ਛੱਡ ਜੇ। ਮਾਂ ਦੀ ਕਦੀ ਯਾਦ ਆਈ ਨਹੀਂ?
ਹਾਂਜੀ, ਮਾਂ ਦੀ ਯਾਦ ਤੇ ਬਹੁਤ ਆਉਂਦੀ ਹੈ। ਜਦੋਂ ਮੰਮੀ ਦੀ ਯਾਦ ਆਉਂਦੀ ਉਦੋਂ ਰੋ ਲੈਂਦੀ ਸੀ, ਜਦੋਂ ਯਾਦ ਆਉਂਦੀ ਜਦੋਂ ਭਰਾ ਇਦਾਂ ਕਰਦੇ ਬੜਾ ਰੋਂਦੀ ਰਹੀ। ਹੁਣ ਤਾਂ ਮੈਨੂੰ ਜਦੋਂ ਪੁੱਛਦੇ ਨੇ ਹੁਣ ਨੀ ਤੂੰ ਰੋਨੀ, ਹੁਣ ਜਦੋਂ ਰੋਣਾ ਆਉਂਦਾ ਹੀ ਨਹੀਂ ਆ। ਮਨ ਇਦਾਂ ਦਾ ਪੱਥਰ ਹੋਇਆ ਕਿ ਬਿਲਕੁਲ ਨਹੀਂ ਰੋਇਆ ਜਾਂਦਾ। ਅੰਦਰੋਂ ਤੇ ਬੜਾ ਹੁੰਦਾ ਆ ਪਰ ਅੱਖਾਂ 'ਚ ਪਾਣੀ ਨਹੀਂ ਨਾ ਆਉਂਦਾ। ਕੋਈ ਵੇਖ ਨਹੀਂ ਸਕਦਾ ਪਰ ਮੈਨੂੰ ਪਤਾ ਨਾ ਮੈਂ ਕਿੱਦਾਂ ਰਹਿਣ ਡਈ ਆ। ਉਹਨਾਂ ਭਰਾਵਾਂ ਨੇ ਨਹੀਂ ਸਾਥ ਦਿੱਤਾ ਜਿਸ ਨੂੰ ਮਾਂ ਬਣ ਕੇ ਇੱਕ ਮਾਂ ਦਾ ਦਰਜਾ ਦਿੱਤਾ ਸੀ। ਮਾਂ ਬਣ ਕੇ ਤੁਸੀਂ ਉਹਨਾਂ ਨੂੰ ਪਾਲ ਕੇ ਰੋਟੀ ਪਾਣੀ ਦਿੱਤੀ ਏ। ਅੱਜ ਦੀ ਡੇਟ 'ਚ ਅੱਜ ਦੀ ਤਰੀਕ 'ਚ ਵੀ ਇੱਕ ਭਰਾ ਘਰ ਆਂਦਾ ਵਾ, ਉਸ ਨੂੰ ਉਸ ਦੇ ਲਈ ਰੋਟੀ ਪਾਣੀ ਬਣਾਉਂਦੇ ਆ। ਉਹਨਾਂ ਨੂੰ ਨਹੀਂ ਕਦੀ ਕਿਆਸ ਆਇਆ ਤੇਰੇ ਤੇ? ਨਹੀਂ ਜੀ ਬਿਲਕੁਲ। ਮੈਨੂੰ ਸਾਰੇ ਕਹਿੰਦੇ ਆ ਕਿ ਤੂੰ ਆਪਣੇ ਭਰਾ ਨੂੰ ਰੋਟੀ ਨਾ ਦਿਆ ਕਰ, ਨਸ਼ਾ ਕਰਦੇ ਆ, ਤੇਰੇ ਡੈਡੀ ਨੂੰ ਨਹੀਂ ਸੰਭਾਲਦੇ। ਪਰ ਜਦੋਂ ਮੈਂ ਉਹਨਾਂ ਨੂੰ ਮਾਂ ਬਣ ਕੇ ਸੰਭਾਲਿਆ, ਪਰ ਇੱਕ ਮਾਂ ਇਦਾਂ ਨਹੀਂ ਨਾ ਕਰ ਸਕਦੀ ਆਪਣੇ ਬੱਚੇ ਨੂੰ ਰੋਟੀ ਨਾ ਦੇਵੇ, ਭਾਵੇਂ ਲੱਖ ਬੁਰਾ ਹੋਵੇ। ਹਾਂ, ਮੈਂ ਹੁਣ ਰੋਟੀ ਤੇ ਜ਼ਰੂਰ ਦਿੰਨੀ ਆ ਪਰ ਉਹਨੂੰ, ਪਰ ਡੈਡੀ ਨੂੰ ਉਹ ਬਿਲਕੁਲ ਨਹੀਂ ਸੰਭਾਲਦਾ। ਨਾ ਉਹਨੂੰ ਕਦੀ ਮੇਰੇ ਤੇ ਤਰਸ ਆਇਆ। ਮੈਂ ਉੱਤੇ ਕਰ ਲੈਨੀ ਪਰ ਉਹਨੂੰ ਕਦੀ ਮੇਰੇ ਤੇ ਨਹੀਂ ਆਇਆ ਕਿ ਮੈਂ ਆਪਣੀ ਭੈਣ ਨੂੰ ਇਦਾਂ ਸਤਾਉਣਾ ਆ ਜਾਂ ਉਹਨੂੰ ਇੰਨਾ ਪਰੇਸ਼ਾਨ ਕਰਦਾ ਆ। ਉਹ ਇੰਨਾ ਰੋਂਦੀ ਆ, ਇੰਨਾ ਕਲਪਦੀ ਆ, ਘਰੋਂ ਚਲ ਜਾਂਦੀ ਆ, ਮੈਂ ਹੀ ਕੁਛ ਕਰ ਲਾਂ ਪਰ ਨਹੀਂ, ਬਿਲਕੁਲ ਨਹੀਂ। ਕਿਸ ਹੱਦ ਤੱਕ ਕਰ ਸਕਦਾ ਵਾ? ਜਿੱਦਾਂ ਹੁਣ ਤੁਸੀਂ ਦੱਸਿਆ ਨਸ਼ੇ ਦੀ ਪੂਰਤੀ ਵਾਸਤੇ ਮੈਨੂੰ ਵੀ ਮਤਲਬ ਕਿ ਮੇਰੇ ਵੀ ਪੈਸੇ ਵਟ ਸਕਦੇ। ਹਾਂਜੀ, ਮੈਂ ਤੁਹਾਨੂੰ ਦੱਸਿਆ ਨਾ, ਮੈਨੂੰ ਤਾਂ ਹੁਣ ਬਿਲਕੁਲ ਯਕੀਨ ਨਹੀਂ ਰਿਹਾ। ਇੰਨਾ ਕੁ ਯਕੀਨ ਵੀ ਨਹੀਂ ਹੈ ਕਿ ਜੇ ਡੈਡੀ ਨੂੰ ਕੱਲ ਨੂੰ ਕੁਛ ਹੋ ਜਾਂਦਾ ਹੈ ਤੇ ਮੈਨੂੰ ਵੀ ਵੇਚ ਕੇ ਖਾ ਸਕਦੇ ਆ। ਮੈਂ ਇੰਨੀ ਗੱਲ ਇਹਨਾਂ ਨੂੰ ਵੀ ਕਹਿੰਦੀ ਆ ਕਿ ਤੁਸੀਂ ਤਾਂ ਮੈਨੂੰ ਵੇਚ ਕੇ ਖਾ ਜਾਣਾ ਵਾ, ਪਰ ਉਹ ਅੱਗੇ ਕੁਛ ਬੋਲਦੇ ਹੀ ਨਹੀਂ। ਤਾਂ ਵੀ ਨਹੀਂ, ਇੰਨੀ ਵੀ ਨਹੀਂ ਸ਼ਰਮ ਕਰਦੇ ਕਿ ਸਾਡੀ ਭੈਣ ਨੇ ਹੁਣ ਏਡੀ ਵੱਡੀ ਗੱਲ ਕਹਿਤੀ ਆ, ਅਸੀਂ ਹੁਣ ਹੀ ਸੁਧਰ ਜਾਈਏ, ਪਰ ਬਿਲਕੁਲ ਨਹੀਂ ਸੁਧਰਦੇ। ਉਹ ਇੱਕ ਰਾਤ ਕਹਿ ਦਿੰਦੇ ਆ ਵੀ ਹਾਂ ਆਪਾਂ ਸੁਧਰਾਂਗੇ, ਅਗਲੇ ਦਿਨ ਫੇਰ ਨਸ਼ਾ, ਫੇਰ ਕਹਿ ਦੇਣਗੇ ਨਹੀਂ ਅੱਜ ਨਹੀਂ ਕਰਨਾ, ਕੱਲ ਤੋਂ ਪੱਕਾ ਨਹੀਂ ਕਰਾਂਗੇ, ਫੇਰ ਨਸ਼ਾ ਕਰਨ ਡੈ ਪੈਂਦੇ ਆ। ਕਦੇ ਨਸ਼ਾ ਛੁਡਾਉਣ ਵਾਲੀਆਂ ਸਰਕਾਰ ਨੇ ਬੜੀਆਂ ਇੱਕ ਦਵਾਈਆਂ ਵੀ ਚਲਾਈਆਂ, ਕੇਂਦਰ ਵੀ ਖੋਲ੍ਹੇ ਗਏ ਨੇ ਜਗ੍ਹਾ ਜਗ੍ਹਾ ਤੇ। ਕਦੇ ਉਸ ਕੇਂਦਰ 'ਚ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਹੋਏ ਕਿ ਚੱਲ ਉੱਥੇ ਹੀ ਦਾਖਲ ਕਰਾ ਦਿੰਦੇ, ਸ਼ਾਇਦ ਨਸ਼ਾ ਛੱਡ ਜਾਵੇ? ਮੈਨੂੰ ਲੱਗਦਾ ਉੱਥੇ ਵੀ ਪੈਸੇ ਹੀ ਮੰਗਦੇ ਆ। ਉੱਥੇ ਵੀ ਕਹਿੰਦੇ ਇਹਨਾਂ ਨੂੰ ਰੱਖਣ ਦੇ ਪੈਸੇ ਲੈਣੇ, ਤਾਂ ਕਿ ਪੁਲਿਸ ਵਾਲੇ ਵੀ ਇਹਨਾਂ ਨੂੰ ਖੜਨ ਲਈ ਪੈਸੇ ਮੰਗਦੇ ਆ। ਕਹਿੰਦੇ ਜੇ ਇਹਨਾਂ ਨੂੰ ਹੀ ਰੱਖਣਾ ਆ ਤੇ ਇਹਨਾਂ ਨੂੰ ਹੀ ਲੈ ਕੇ ਜਾ ਸਕਦੇ, ਉੱਥੇ ਅਮਲੀਆਂ ਨੂੰ ਨਹੀਂ ਰੱਖੀਦਾ, ਇਦਾਂ ਆ ਫਲਾਣੇ ਢਿੰਗ, ਬੜੀਆਂ ਗੱਲਾਂ ਕਰਦੇ ਆ। ਬਿਲਕੁਲ ਹਰ ਜਗ੍ਹਾ ਤੇ ਪੈਸੇ ਦੀ ਹੀ ਡਿਮਾਂਡ ਕੀਤੀ ਜਾਂਦੀ ਆ। ਜੇਕਰ ਤੁਸੀਂ ਵੀ ਅੱਜ ਕਿਤੇ 4 ਜਮਾਤਾਂ ਪੜ੍ਹਨੀਆਂ ਹੁੰਦੀਆਂ ਉਸ ਲਈ ਵੀ ਪੈਸੇ ਚਾਹੀਦੇ, ਕਦੀ ਕੋਸ਼ਿਸ਼ ਕੀਤੀ ਸੀ ਕਿ ਮੈਂ 12 ਜਮਾਤਾਂ ਤੋਂ ਹੋਰ ਅੱਗੇ ਪੜ੍ਹਾਂ? ਹਾਂਜੀ, ਮੈਂ ਤਾਂ ਬੜੀ ਕੋਸ਼ਿਸ਼ ਕੀਤੀ। ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ, ਮੇਰਾ ਵੀ ਸੁਪਨਾ ਸੀ ਕਿ ਮੈਂ ਪੜ੍ਹਾਂ ਅੱਗੇ, ਕਿਉਂਕਿ ਮੈਂ ਜਿੱਦਾਂ ਦੀ ਮੈਂ ਜ਼ਿੰਦਗੀ ਬੀਤੀ ਸੀ ਮੇਰੇ ਤੇ, ਮੈਂ ਸੋਚਦੀ ਮੈਂ ਪੜ੍ਹ ਕੇ ਕੋਈ ਕੰਮ ਕਰਾਂ, ਕੋਈ ਨੌਕਰੀ ਕਰਾਂ, ਫਿਰ ਅੱਗੇ ਮੈਂ ਕਿਸੇ ਦੀ ਸੇਵਾ ਕਰ ਸਕਾਂ, ਕਿ ਕਿਸੇ ਨੂੰ ਮੈਂ ਅੱਗੇ ਕੋਈ ਸਹੂਲਤ ਦੇ ਸਕਾਂ, ਕੋਈ ਬਣ ਕੇ ਕੁਛ ਬਣ ਕੇ ਕਿਸੇ ਗਰੀਬ ਦੀ ਮਦਦ ਕਰ ਸਕੂੰਗੀ, ਕਿ ਜਿੱਦਾਂ ਮੈਂ ਜ਼ਿੰਦਗੀ ਬੀਤੀ ਕਿਸੇ ਹੋਰ ਦੀ ਨਾ ਹੋਵੇ। ਬਿਲਕੁਲ, ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਇਹ ਕਮਰਿਆਂ ਦੇ ਗਾਰਡਰ ਤੱਕ ਵੇਚ ਦਿੱਤੇ, ਛੱਤਾਂ ਥੱਲੇ ਡਿੱਗੀਆਂ, ਤੇ ਰੋਕਿਆ ਨਹੀਂ ਜਦੋਂ ਗਾਰਡਰ ਵੇਚਣ ਦੇ ਕੱਢ ਕੇ? ਹਾਂਜੀ, ਮੈਂ ਬੜਾ ਰੋਕਿਆ ਸੀ। ਉਹ ਮੇਰੇ ਹੱਥੀ ਪੈਂਦੇ ਸੀ, ਮਾਰਦੇ ਸੀ ਮੈਨੂੰ। ਫਿਰ ਮੇਰੇ ਡੈਡੀ ਨੇ ਮੈਨੂੰ ਮਨਾ ਕਰਤਾ ਸੀ ਕਿ ਨਹੀਂ ਤੂੰ ਨਾ ਰੋਕ, ਜੇ ਤੈਨੂੰ ਮਾਰਦੇ ਆ ਫਿਰ ਤੇਰੇ ਸੱਟ ਲਾ ਦੇਣਗੇ, ਫਿਰ ਜੇ ਤੇਰੇ ਸੱਟ ਲੱਗ ਗਈ ਫਿਰ ਮੈਂ ਕਿੱਧਰ ਜਾਣਾ ਹੈ। ਇਸ ਲਈ ਫਿਰ ਮੇਰੇ ਡੈਡੀ ਨੇ ਰੋਕਤਾ, ਫਿਰ ਮੈਂ ਉਹਨਾਂ ਨੇ ਬਿਲਕੁਲ ਨਹੀਂ ਰੋਕਿਆ। ਜੇ ਹੋਰ ਸਮਾਨ ਵੀ ਵੇਚਦੇ ਰਹੇ, ਮੇਰੇ ਤੋਂ ਚੋਰੀ ਵੇਚ ਦਿੰਦੇ ਹੁੰਦੇ ਸੀ। ਜੇ ਮੈਂ ਸਕੂਲ ਗਈ ਹੁੰਦੀ ਮੇਰੇ ਤੋਂ ਮਗਰੋਂ ਆਣ ਕੇ ਇੱਥੇ ਤੱਕ ਮੈਂ ਕਹਿੰਦੀ ਜਿਹੜੇ ਸਮਾਨ ਲੈਂਦੇ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਨਾ, ਜੇ ਉਹ ਨਾ ਲੈਣ ਤੇ ਫਿਰ ਕੋਈ ਦਿੱਕਤ ਨਹੀਂ ਆਉਂਦੀ। ਸਰਕਾਰਾਂ ਤਾਂ ਕਹਿੰਦੀਆਂ ਨਸ਼ਾ ਖਤਮ ਆ। ਬਿਲਕੁਲ ਨਹੀਂ ਨਸ਼ਾ ਖਤਮ ਜੀ। ਇੱਥੇ ਤੇ ਘਰ ਘਰ ਵੇਚਣ ਆਉਂਦੇ ਆ ਨਸ਼ਾ। ਮੁੰਡਿਆਂ ਦੇ ਨਾਲ ਹੀ ਨਸ਼ੇ ਹੁੰਦੇ, ਜਿਹੜੇ ਵੇਚਣ ਦੇ ਨਾਲ ਹੀ ਤੁਰੇ ਫਿਰਦੇ ਰਹਿੰਦੇ ਆ। ਨਸ਼ਾ ਤੇ ਬਿਲਕੁਲ ਨਹੀਂ ਰੁਕਿਆ। ਤੁਹਾਡੇ ਪਿੰਡ 'ਚ ਕਿੰਨਾ ਕਰ? ਬਹੁਤ ਜ਼ਿਆਦਾ, ਹੱਦੋਂ ਵੱਧ ਨਿੱਕੇ ਨਿੱਕੇ ਬੱਚਾ ਨਸ਼ਾ ਕਰਨ ਡਿਆ ਇੱਥੇ ਇਹ ਵਾਲਾ। ਬਿਲਕੁਲ ਜੀ, ਧੀ ਕਿਤੇ ਨਾ ਕਿਤੇ ਦੁਖੀ ਹੈ ਵਿਚਾਰੀ, ਆਪਣੇ ਭਰਾਵਾਂ ਨੂੰ ਵੀ ਲੈ ਕੇ ਦੁਖੀ ਨੇ। ਉਸਦੇ ਜਵਾਨ ਭਰਾ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਕਿ ਨਸ਼ੇ ਵਾਸਤੇ, ਨਸ਼ੇ ਦੀ ਪੂਰਤੀ ਵਾਸਤੇ ਘਰ ਦਾ ਸਾਰਾ ਹੀ ਸਮਾਨ ਵੇਚਤਾ। ਘਰ 'ਚ ਭੋਰਾ ਜੋੜ ਕੇ ਉਸਦੇ ਬਾਪ ਨੇ ਰਿਕਸ਼ਾ ਚਲਾ ਕੇ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਹਰ ਇੱਕ ਸਮਾਨ ਬਣਾਇਆ ਸੀ, ਪਰ ਅੱਜ ਉਹ ਸਾਰਾ ਸਮਾਨ ਵੇਚ ਚੁੱਕੇ ਨੇ। ਸੋ ਬਾਪ ਵੀ ਮੰਜੇ ਤੇ ਪੈ ਗਿਆ, ਉਸਨੇ ਵੀ ਆਪਣਾ ਇੱਕ ਹੌਸਲਾ, ਉਸਦਾ ਵੀ ਕਿਹਾ ਜਾਂਦਾ ਹੌਸਲਾ ਹੀ ਟੁੱਟ ਗਿਆ ਉਸ ਬਾਪ ਦਾ। ਸੋ ਧੀ ਕੋਲ ਉਸਦਾ ਮੋਬਾਈਲ ਨੰਬਰ ਵੀ ਲੈਂਦੇ ਆ ਕਿ ਜਿਹੜਾ ਅਸੀਂ ਲਗਾਤਾਰ ਇੱਕ ਸਕਰੀਨ ਤੇ ਵੀ ਫਲੈਸ਼ ਕਰਾਂਗੇ, ਤਾਂ ਜੋ ਸਾਡੇ ਦਰਸ਼ਕ ਜਿਹੜੇ ਪੰਜਾਬ ਨਿਊਜ਼ ਨੂੰ ਪਿਆਰ ਕਰਦੇ ਨੇ ਉਹ ਇਸ ਧੀ ਦੀ ਮਦਦ ਲਈ ਜ਼ਰੂਰ ਅੱਗੇ ਆਣਗੇ। ਸੋ ਕੀ ਨੰਬਰ ਹੈ? ਤੇ 82 64 24 37 30। ਫੇਰ ਬੋਲਿਓ। 82 64 24 37 30। ਬਿਲਕੁਲ, ਧੀ ਨੇ ਆਪਣਾ ਮੋਬਾਈਲ ਨੰਬਰ ਦੱਸਿਆ ਵਾ। ਸੋ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਇਸ ਪਰਿਵਾਰ ਲਈ ਮਦਦ ਲਈ ਜ਼ਰੂਰ ਅੱਗੇ ਆਏ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸ ਬਾਪ ਦੀਆਂ ਮੈਂ ਤਸਵੀਰਾਂ ਇੱਕ ਵਾਰੀ ਸਾਂਝੀਆਂ ਕਰਦਾ ਵਾਂ ਆਪਣੇ ਦਰਸ਼ਕਾਂ ਨਾਲ ਕਿ ਕਿਸ ਤਰ੍ਹਾਂ ਮੰਜੇ ਤੇ ਪਿਆ ਵਾ ਤੇ ਆਪਣੀ ਕਿਸਮਤ ਨੂੰ ਕੋਸ ਰਿਹਾ ਵਾ, ਕਿਸਮਤ ਨੂੰ ਰੋ ਰਿਹਾ ਵਾ ਕਿ ਰੱਬ ਨੇ ਕਿਸ ਤਰ੍ਹਾਂ ਦਾ ਕਿਸਮਤ ਲਿਖੀ ਆ ਉਸ ਬਾਪ ਦੀ ਕਿ ਆਪਣੀ ਧੀ ਦੀ ਪਰਵਰਿਸ਼ ਜਿਹੜੀ ਉਸ ਨੂੰ ਸੰਭਾਲਣਾ ਸੀ, ਧੀ ਦੀ ਪਰਵਰਿਸ਼ ਕਰਨੀ ਸੀ ਇੱਕ, ਪਰ ਅੱਜ ਧੀ ਉਸ ਨੂੰ ਸੰਭਾਲ ਰਹੀ ਹੈ, ਉਸ ਬਾਪ ਨੂੰ ਸੰਭਾਲ ਰਹੀ ਹੈ, ਬਿਮਾਰ ਨੂੰ। ਪੁੱਤ ਦਾ ਸਾਥ ਛੱਡ ਗਿਆ ਪਰ ਧੀ ਨੇ ਉਸ ਦਾ ਸਾਥ ਨਹੀਂ ਛੱਡਿਆ। ਅੱਜ ਗਰੀਬੀ ਹੈ, ਗਰੀਬੀ ਦੇ ਨਾਲ ਬਿਮਾਰੀ ਹੈ,
ਪਰ ਗਰੀਬੀ ਵੀ ਉਹ ਧੀ ਝੱਲਣ ਡਈ ਹੈ ਤੇ ਬਿਮਾਰੀ ਵੀ ਉਸ ਬਾਪ ਦੀ ਝੱਲਣ ਡਈ ਹੈ। ਉਸਨੇ ਦੱਸਿਆ ਵਾ ਕਿ ਸਾਂਭ ਸੰਭਾਲ ਵੀ ਬਾਪ ਦੀ ਮੈਨੂੰ ਕਰਨੀ ਪੈਂਦੀ ਹੈ, ਵੀਰ ਮੇਰੇ ਸਾਥ ਛੱਡ ਗਏ ਨੇ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਪ ਨਾਲ। ਹਾਂਜੀ ਭਾਜੀ, ਕਿਸ ਤਰ੍ਹਾਂ ਦਾ ਮਾਹੌਲ ਆ? ਧੀ ਨੇ ਦੱਸਿਆ ਵਾ ਕਿ ਵੀਰ ਤੇ ਮੇਰੇ ਸੰਭਾਲਦੇ ਨਹੀਂ ਬਾਪ ਨੂੰ, ਮੈਨੂੰ ਹੀ ਸਾਰਾ ਕੁਝ ਬਾਪ ਨੂੰ ਸੰਭਾਲਣਾ ਪੈਂਦਾ ਵਾ। ਜੀ ਸਾਰਾ ਮੇਰੀ ਧੀ ਸਾਂਭਦੀ ਮੈਨੂੰ ਜੀ। ਮੇਰੀ ਜੋ ਵੀ ਮੈਂ ਫਲੈਸ ਜਾਂਦਾ ਮੇਰੀ ਧੀ ਨੇ ਬਿਠਾਉਣਾ। ਮੈਨੂੰ ਸ਼ਰਮ ਮਹਿਸੂਸ ਹੁੰਦੀ ਆ ਵੀ ਮੇਰੀ ਧੀ ਮੇਰੀ ਪਿੱਠੀ ਤੋਂ ਹੋਣ ਡਈ ਆ। ਇਹਨੇ ਚੁੱਕਣੀ ਸਭ ਕੁਝ ਇਹਨੇ ਕਰਨਾ ਜੀ। ਜਿੰਨੀ ਵੀ ਸੰਭਾਲ ਨਵਾਉਣਾ ਧੋਣਾ ਮੇਰੀ ਧੀ ਕਰਨ ਡਈ ਆ। ਪਰ ਬੱਚਿਆਂ ਦਾ ਮੈਨੂੰ ਮੁੰਡਿਆਂ ਦਾ ਸਹਾਰਾ ਹੈ, ਇੱਥੋਂ ਤੱਕ ਹੈ ਵੀ ਮੇਰੇ ਬੱਚੇ ਕਰਨਗੇ। ਪਰ ਬੱਚਿਆਂ ਦੀ ਮਿਹਨਤ ਟੁੱਟ ਗਈ ਮੇਰੀ, ਬਿਲਕੁਲ ਆਸਰਾ ਮੁੱਕ ਗਿਆ। ਜੋ ਵੀ ਕਰ ਰਹੀ ਮੇਰੀ ਧੀ ਕਰ ਰਹੀ ਆ। ਮੈਨੂੰ ਸ਼ਰਮ ਬਹੁਤ ਮਹਿਸੂਸ ਹੁੰਦੀ, ਮੈਂ ਰੋਂਦਾ ਵਾਂ ਪਰ ਮੇਰੀ ਗੁੜੀਆ ਚੁੱਪ ਕਰਾਉਂਦੀ, ਡੈਡੀ ਕੋਈ ਨਹੀਂ ਤੂੰ ਨਾ ਰੋ, ਮੈਂ ਧੋ ਦਿੰਦੀ ਆ। ਜਦੋਂ ਵੀ ਮੈਨੂੰ ਫਲੈਸ਼ ਆਉਂਦੀ, ਮੈਨੂੰ ਰਾਤ ਆਵੇ ਤਾਂ ਵੀ ਮੇਰੀ ਧੀ ਨੇ ਮੇਰੇ ਨਾਲ ਉੱਠਣਾ ਆ। ਜੇ ਮੈਨੂੰ ਬਾਥਰੂਮ ਆਉਂਦਾ, ਜਦੋਂ ਵੀ ਆਉਂਦਾ ਮੇਰੀ ਧੀ ਉੱਠ ਕੇ ਨਾਲ। ਸਮਾਨ ਸਾਰਾ ਪੁੱਤ ਵੇਚ ਗਏ, ਘਰ ਦੇ ਬਿਸਤਰੇ ਤੱਕ ਵੇਚ ਗਏ ਨੇ। ਸਭ ਕੁਝ ਵੇਚਤਾ ਜੀ, ਗਾਡਰ ਵੇਚਤੇ, ਸਮਾਨ ਵੇਚਤਾ। ਅਸੀਂ ਇੱਥੇ ਰਹਿੰਦੇ ਨਹੀਂ ਸੀ, ਇਹਨੇ ਸਭ ਕੁਝ ਵੇਚਤਾ। ਮੈਂ ਘਰ ਬੱਤੀ ਹੈ ਨਹੀਂ, ਨਾ ਕੋਈ ਪਾਣੀ ਸੀ, ਮੈਂ ਆਪਣੇ ਭਰਾ ਨਾਲ ਚਲ ਗਿਆ ਹਾਂ। ਮਗਰੋਂ ਸਭ ਕੁਝ ਵੇਚਤਾ, ਗਾਡਰ ਵੇਚਤੇ, ਸਾਰਾ ਸਮਾਨ ਵੇਚਤਾ, ਬਿਸਤਰੇ ਵੇਚਤੇ। ਇੱਕੋ ਸਾਡੇ ਕੋਲ ਜਾਈਏ ਜਿੱਥੇ ਅਸੀਂ ਦੋਵੇਂ ਤੀ ਮੇਰੀ ਗੁੜੀਆ ਤੇ ਮੈਂ ਸੌਂਦੇ ਹਾਂ। ਰਿਸ਼ਤੇਦਾਰ ਕੋਈ ਅੱਗੇ ਆਇਆ ਹੋਏ? ਰਿਸ਼ਤੇਦਾਰ ਜੀ ਪਹਿਲਾਂ ਮੇਰੀ ਭੈਣ ਨੇ ਥੋੜ੍ਹੀ ਜਿਹੀ ਮਦਦ ਕੀਤੀ ਸੀ, ਪਰ ਜੀ ਅੱਜ ਕੱਲ੍ਹ ਘਰਾਂ ਵਰਗੇ ਘਰ ਆ, ਉਹਦੇ ਵੀ ਨਹੀਂ ਸਰਿਆ। ਉਹਨੇ ਹੁਣ ਨਹੀਂ ਮਦਦ ਕਰਦੀ, ਪਹਿਲਾਂ ਕੀਤੀ ਸੀ ਤੇ ਹੁਣ ਨਹੀਂ, ਹੁਣ ਨਹੀਂ ਕੋਈ ਕਰਦਾ। ਹੁਣ ਇੱਦਾਂ ਹੀ ਆ, ਸਵਾਰੀ ਕਦੀ ਕਿਤੇ ਮੰਗ ਕੇ ਲੈ ਆਉਂਦੀ, ਕਦੀ ਕਿਤੇ। ਤਾਂ ਪੁੱਤ ਨਸ਼ਾ ਕਰਦੇ ਆ, ਨਸ਼ੇ ਦੇ ਲੋੜ 'ਚ ਉਹਨਾਂ ਨੂੰ ਨਹੀਂ ਪਤਾ ਲੱਗਦਾ ਬੱਚਿਆਂ ਨੂੰ ਕਿ ਮੇਰੀ ਮਾਂ ਵਾ, ਮੇਰੀ ਭੈਣ ਆ, ਮੇਰਾ ਪਿਓ ਆ, ਕੌਣ ਆ ਅੱਗੇ। ਕੋਈ ਇਸ ਤਰ੍ਹਾਂ ਦਾ ਨਹੀਂ ਹੋਇਆ ਕਦੀ ਕਿ ਕਦੀ ਮਾਰ ਕਟਾਈ ਵੀ ਕਰਨ ਦੀ ਕੋਸ਼ਿਸ਼ ਕੀਤੀ ਹੋਏ ਤੁਹਾਡੇ ਨਾਲ? ਕਰਦੇ ਆ ਜੀ, ਬਹੁਤ ਹੀ ਜ਼ਿਆਦਾ ਮਾਰ ਕਟਾਈ ਵੱਲ ਜਾਂਦੇ ਆ। ਪਰ ਬਹੁਤ ਦੁੱਖ ਲੱਗਦਾ ਜਦੋਂ ਇਹਦਾ ਡੱਕਦਾ ਮੈਂ, ਅਗਰ ਮੇਰੇ ਹੱਥੀ ਪੈਣ ਤੇ ਕਹੀਂ ਜਾਂਦੇ, ਪਰ ਮੈਂ ਡਰ ਜਾਂਦਾ ਹੁਣ ਵੀ ਕਿਤੇ ਹੱਥੀ ਨਾ ਪੈ ਜਾਣ। ਨਹੀਂ ਤੇ ਪਹਿਲੋਂ ਡਾਟ ਲਈਦੇ, ਹੁਣ ਜਵਾਨ ਨਾਲੇ ਮੈਂ ਬਿਮਾਰ ਹਾਂ, ਐਵੇਂ ਧੱਕਾ ਮਾਰਨਗੇ, ਮੈਨੂੰ ਕੋਈ ਫਾਇਦਾ ਨਹੀਂ। ਹੁਣ ਮੈਂ ਡਰਦਾ ਹੀ ਨਹੀਂ ਕਹਿੰਦਾ ਜੀ। ਅੱਜ ਧੀ ਕੋ ਤੁਸੀਂ ਹੋ, ਰੱਬ ਲੰਮੀਆਂ ਉਮਰਾਂ ਕਰੇ। ਜੇ ਕੱਲ ਨੂੰ ਕੁਝ ਹੋ ਜਾਂਦਾ ਵਾ ਤਾਂ ਧੀ ਦਾ ਸਹਾਰਾ ਕੌਣ? ਧੀ ਦਾ ਸਹਾਰਾ ਕੋਈ ਨਹੀਂ ਜੀ। ਮੈਂ ਤੇ ਇਹੋ ਆਨਾ ਵੀ ਮੈਂ ਠੀਕ ਹੋਵਾਂ, ਮੇਰੇ ਭਰਾ ਮੇਰੀ ਮਦਦ ਕਰਨ ਤੇ ਮੈਂ ਆਪਣੀ ਗੁੜੀਆ ਵਿਆਹ ਜਾ। ਮਗਰੋਂ ਮੈਨੂੰ ਕੋਈ ਭਰੋਸਾ ਨਹੀਂ ਵੀ ਇਹ ਕਿ ਅਮਲੀ ਨੂੰ ਵੇਚ ਦੇਣ ਤਾਂ ਆਪਣਾ ਨਸ਼ਾ ਪੂਰਾ ਕਰ ਲੈਣਾ। ਇੱਥੋਂ ਤੱਕ ਵੀ ਮੈਂ ਮੁੜ ਕੇ ਮਰ ਵੀ ਜਾਵਾਂ, ਕੋਈ ਦੁੱਖ ਨਹੀਂ, ਕਿਉਂ ਵੀ ਮੇਰੇ ਪਤਾ ਲੱਗੇਗਾ ਮੇਰੀ ਧੀ ਮੇਰੇ ਆਪਣੇ ਘਰ ਚੜ ਗਈ, ਮੈਂ ਵਿਆਹਤੀ ਆ। ਮੁੜ ਕੇ ਕੋਈ ਦੁੱਖ ਨਹੀਂ, ਮੈਂ ਮਰ ਵੀ ਜਾਵਾਂ, ਮੈਨੂੰ ਕੋਈ ਚਿੰਤਾ ਨਹੀਂ। ਮੈਂ ਬਿਮਾਰ ਜੇ ਮੈਂ ਆਪਣੀ ਗੁੜੀਆ ਵਿਆਹੁਣਾ ਚਾਹੁੰਦਾ, ਮੈਂ ਠੀਕ ਹੋਣਾ ਚਾਹੁੰਦਾ। ਮੇਰੇ ਭਰਾਵਾਂ ਨੇ ਉਹ ਬੇਨਤੀ ਆ ਵੀ ਮੇਰਾ ਇਲਾਜ ਕੀਤਾ ਜਾਏ ਵੱਧ ਤੋਂ ਵੱਧ, ਮੈਂ ਠੀਕ ਹੋਵਾਂ ਅਤੇ ਆਪਣੀ ਫਿਰ ਉਹਨਾਂ ਪੈਰਾਂ 'ਤੇ ਆਵਾਂ, ਮੈਂ ਆਪਣਾ ਰਕਸ਼ਾ ਚਲਾਵਾਂ, ਆਪਣੀ ਗੁੜੀਆ ਵਿਆਹਾਂ, ਚੰਗੇ ਘਰ ਘੱਲਾਂ। ਬਿਲਕੁਲ ਜੀ, ਉਸ ਬਾਪ ਦੇ ਨੇ ਕੋਈ ਵੱਡੀ ਮਦਦ ਦੀ ਮੰਗ ਨਹੀਂ ਕੀਤੀ ਆਪਣੇ ਸਮਾਜ ਸੇਵੀ ਸੰਸਥਾਵਾਂ ਨੂੰ, ਆਪਣੇ ਦਰਸ਼ਕਾਂ ਨੂੰ। ਸਿਰਫ ਤਾਂ ਸਿਰਫ ਆਪਣਾ ਇੱਕ ਇਲਾਜ ਚਾਹਿਆ ਵਾ ਕਿ ਮੇਰਾ ਇੱਕ ਇਲਾਜ ਹੋ ਜਾਵੇ ਸਹੀ ਢੰਗ ਦੇ ਨਾਲ, ਜਿਸ ਦੇ ਨਾਲ ਮੈਂ ਫਿਰ ਤੋਂ ਦੁਬਾਰਾ ਤੋਂ ਆਪਣੇ ਪੈਰਾਂ 'ਤੇ ਖੜਾ ਹੋ ਸਕਾਂ, ਆਪਣਾ ਰਿਕਸ਼ਾ ਚਲਾ ਸਕਾਂ ਅਤੇ ਆਪਣੀ ਧੀ ਦਾ ਵਿਆਹ ਕਿਸੇ ਅਜਿਹੇ ਘਰ 'ਚ ਕਰ ਸਕਾਂ ਜਿੱਥੇ ਉਹ ਸੁੱਖ ਮਾਣ ਸਕੇ। ਕਿਉਂਕਿ ਉਸਨੇ ਬਚਪਨ ਤੋਂ ਲੈ ਕੇ ਹੁਣ ਤੱਕ ਜੇਕਰ ਦੇਖਿਆ ਉਸ ਧੀ ਨੇ ਤਾਂ ਦੁੱਖ ਹੀ ਦੇਖਿਆ, ਦੁੱਖ ਤੋਂ ਇਲਾਵਾ ਕੁਝ ਨਹੀਂ ਦੇਖਿਆ। ਸੋ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਵਾਸਤੇ ਜ਼ਰੂਰ ਕੋਈ ਨਾ ਕੋਈ ਵੀਰ ਅਜਿਹਾ ਅੱਗੇ ਆਵੇ ਤਾਂ ਜੋ ਇੱਕ ਧੀ ਦੇ ਬਾਪ ਦਾ ਇਲਾਜ ਇੱਕ ਸਹੀ ਢੰਗ ਨਾਲ ਹੋ ਸਕੇ ਅਤੇ ਇਲਾਜ ਸਹੀ ਹੋਣ ਤੋਂ ਬਾਅਦ ਉਹ ਆਪਣੀ ਧੀ ਦਾ ਇੱਕ ਵਿਆਹ ਕਿਤੇ ਚੰਗੇ ਘਰ 'ਚ ਕਰ ਸਕੇ। ਕਿਉਂਕਿ ਉਸ ਬਾਪ ਨੇ ਦੱਸਿਆ ਵਾ ਕਿ ਮੈਨੂੰ ਪੁੱਤਾਂ 'ਤੇ ਵੀ ਯਕੀਨ ਨਹੀਂ ਹੈਗਾ, ਵਿਸ਼ਵਾਸ ਨਹੀਂ ਹੈਗਾ। ਉਹ ਮੇਰੇ ਪੁੱਤ ਜਿਹੜੇ ਕਪੁੱਤ ਬਣੇ ਨੇ ਇਸ ਟਾਈਮ, ਉਹ ਮੇਰੀ ਧੀ ਨੂੰ ਕਿਤੇ ਨਾ ਕਿਤੇ ਉਸ ਦਾ ਜਿਸਮ ਜਾਂ ਉਸ ਨੂੰ ਕਿਸੇ ਅਮਲੀ ਦੇ ਲੜ ਨਾ ਲਾ ਦੇਣ ਅਤੇ ਉੱਥੋਂ ਵੀ ਪੈਸੇ ਲੈ ਕੇ ਆਪਣਾ ਨਸ਼ਾ ਨਾ ਕਰ ਲੈਣ। ਸੋ ਅਸੀਂ ਫਿਰ ਤੋਂ ਅਪੀਲ ਕਰਦੇ ਹਾਂ ਕਿ ਜ਼ਰੂਰ ਕੋਈ ਨਾ ਕੋਈ ਦਾਨੀ ਵੀਰ ਸੱਜਣ ਇਸ ਪਰਿਵਾਰ ਲਈ ਅੱਗੇ ਆਇਓ। ਸੋ ਕੈਮਰਾ ਪਰਸਨ ਜਸਵਿੰਦਰ ਬੇਦੀ ਨਾਲ ਜਤਿੰਦਰ ਕੁੰਡਲ, ਪੰਜਾਬ ਨਿਊਜ਼, ਗੁਰਦਾਸਪੁਰ।